Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀਆਂ ਚੋਣਵੀਆਂ ਸਿੱਖਿਆਵਾਂ ਨੂੰ ਸਮਝਾਉਣ ਦੇ ਲਈ ਅਸੀਂ ਆਪਣੇ ਚੈਨਲ 'ਤੇ ਮੌਜੂਦ ਗੁਰੂ ਗਿਆਨ ਪਲੇਲਿਸਟ ਦੇ ਵਿੱਚ ਕਈ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਹਨ। ਤੁਹਾਡੇ ਕਈ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਵੀਡੀਓਜ਼ ਵਿੱਚੋਂ ਮਿਲ ਜਾਣਗੇ। ਸੋ ਆਪਣੇ ਸਵਾਲਾਂ ਦੀ ਨਿਵਰਤੀ ਦੇ ਲਈ ਤੁਸੀਂ ਇਹਨਾਂ ਵੀਡੀਓਜ਼ ਨੂੰ ਵੇਖ ਸਕਦੇ ਹੋ। ਗੌੜੀ ਮਹਿਲਾ ਪਹਿਲਾ। ਰਾਮ ਨਾਮ ਚਿਤ ਰਾਪੈ ਜਾਕਾ, ਉਪਜੰਪ ਦਰਸ਼ਨ ਕੀਜੈ ਤਾਕਾ। ਰਾਪੈ ਤੋਂ ਭਾਵ ਰੰਗਿਆ ਹੋਇਆ ਤੇ ਉਪਜੰਪ ਤੋਂ ਭਾਵ ਉੱਠਣ ਸਾਰ, ਸਵੇਰੇ ਉੱਠਦਿਆਂ ਹੀ। ਗੁਰੂ ਜੀ ਕਹਿੰਦੇ ਕਿ ਜਿਸ ਮਨੁੱਖ ਦਾ ਹਿਰਦਾ, ਜਿਸ ਮਨੁੱਖ ਦਾ ਚਿੱਤ ਉਸ ਪ੍ਰਮਾਤਮਾ ਦੇ ਨਾਲ, ਉਸ ਪ੍ਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗਿਆ ਹੋਇਆ ਹੈ, ਰਾਮ ਨਾਮ ਚਿੱਤ ਰਾਪੈ ਜਾਕਾ, ਉਪਜੰਪ ਦਰਸ਼ਨ ਕੀਜੈ ਤਾਕਾ, ਕਿ ਸਵੇਰੇ ਉੱਠਦਿਆਂ ਹੀ ਉਹਦਾ ਦਰਸ਼ਨ ਕਰਨਾ ਚਾਹੀਦਾ ਹੈ। ਉਂਝ ਤੇ ਸਿਰਫ ਦਰਸ਼ਨ ਕਰਨ ਦਾ ਉਨਾ ਜ਼ਿਆਦਾ ਫਾਇਦਾ ਨਹੀਂ ਹੁੰਦਾ ਜਿੰਨਾ ਕਿ ਅਸੀਂ ਉਸ ਮਨੁੱਖ ਦੇ ਨਾਲ ਵਿਚਾਰ ਕਰਕੇ ਉਹਦੇ ਤੋਂ ਸਿੱਖਿਆ ਹਾਸਲ ਕਰਕੇ ਜਿਹੜਾ ਫਾਇਦਾ ਲੈ ਸਕਦੇ ਹਾਂ। ਪਰ ਦਰਸ਼ਨ ਕਰਨ ਦੀ ਆਪਣੀ ਇੱਕ ਮਹੱਤਤਾ ਹੈ। ਜਦੋਂ ਸਾਨੂੰ ਪਤਾ ਹੋਵੇ ਕਿ ਸਾਹਮਣੇ ਵਾਲਾ ਮਨੁੱਖ ਪਰਮਾਤਮਾ ਦੇ ਬਹੁਤ ਕਰੀਬ ਹੈ, ਸਦਾ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ, ਤਾਂ ਉਹਦੇ ਦਰਸ਼ਨ ਕਰਕੇ ਕੁਝ ਪਲਾਂ ਦੇ ਲਈ ਹੀ ਸਹੀ ਸਾਡੇ ਦਿਲ ਦੇ ਵਿੱਚ ਵੀ ਉਸ ਪਰਮਾਤਮਾ ਦੇ ਪ੍ਰਤੀ ਪਿਆਰ ਉੱਠਦਾ ਹੈ। ਕੁਝ ਪਲਾਂ ਦੇ ਲਈ ਹੀ ਸਹੀ, ਪਰ ਅਸੀਂ ਉਸ ਪਰਮਾਤਮਾ ਨੂੰ ਚੇਤੇ ਕਰਦੇ ਹਾਂ। ਸਾਡੇ ਮੂੰਹੋਂ ਆਪਣੇ ਆਪ ਹੀ ਨਿਕਲ ਜਾਂਦਾ ਹੈ ਕਿ ਧੰਨ ਹੈ ਉਹ ਪਰਮਾਤਮਾ ਜਿਹੜਾ ਇੱਕ ਆਮ ਮਨੁੱਖ ਨੂੰ ਇੰਨੀ ਸਥਿਰਤਾ, ਇੰਨੀ ਸਹਿਜਤਾ ਬਖਸ਼ ਸਕਦਾ ਹੈ। ਕਿਉਂਕਿ ਜੋ ਮਨੁੱਖ ਪਰਮਾਤਮਾ ਦੇ ਨਾਮ ਰੰਗ 'ਚ ਰੰਗਿਆ ਹੋਏਗਾ ਉਹ ਬੜਾ ਸਥਿਰ ਅਤੇ ਸਹਿਜ ਸੁਭਾਅ ਵਾਲਾ ਹੋਏਗਾ। ਉਹਨੂੰ ਦੇਖ ਕੇ, ਉਹਦੇ ਦਰਸ਼ਨ ਕਰਕੇ ਸਾਡੇ ਮੂੰਹੋਂ ਆਪਣੇ ਆਪ ਨਿਕਲੇਗਾ ਕਿ ਹੇ ਪ੍ਰਮਾਤਮਾ ਤੂੰ ਧੰਨ ਹੈ। ਤਾਂ ਉਹਦੇ ਦਰਸ਼ਨ ਕੀਤਿਆਂ ਦਾ ਵੀ ਬੜਾ ਫਾਇਦਾ ਹੈ। ਤੇ ਜੇਕਰ ਅਸੀਂ ਉਹਦੇ ਨਾਲ ਵਿਚਾਰ ਕਰ ਲਈਏ, ਉਹਦੇ ਤੋਂ ਕੁਝ ਸਿੱਖ ਲਈਏ, ਤਾਂ ਉਹਦਾ ਤੇ ਕੋਈ ਅੰਤ ਹੀ ਨਹੀਂ, ਉਹਦੇ ਵਰਗੀ ਤੇ ਕੋਈ ਰੀਸ ਹੀ ਨਹੀਂ। ਰਾਮ ਨਾ ਜਪੋ ਅਭਾਗ ਤੁਮਾਰਾ, ਜੁਗ ਜੁਗ ਦਾਤਾ ਪ੍ਰਭ ਰਾਮ ਹਮਾਰਾ ਰਹਾਓ। ਉਹ ਪਰਮਾਤਮਾ ਜਿਹੜਾ ਪੂਰੀ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਰਮਿਆ ਹੋਇਆ ਹੈ, ਜੁਗਾਂ ਜੁਗਾਂ ਤੋਂ ਸਾਨੂੰ ਦਾਤਾਂ ਬਖਸ਼ਦਾ ਆ ਰਿਹਾ ਹੈ। ਉਹ ਪਰਮਾਤਮਾ ਜਿਹਨੇ ਇੰਨਾ ਗੁੰਝਲਦਾਰ ਮਨੁੱਖੀ ਸਰੀਰ ਤੇ ਮਨ ਬਣਾ ਲਿਆ, ਇੰਨੀ ਗੁੰਝਲਦਾਰ ਸ੍ਰਿਸ਼ਟੀ ਰਚ ਦਿੱਤੀ। ਸ੍ਰਿਸ਼ਟੀ ਦੇ ਹਰ ਜੀਵ ਨੂੰ, ਹਰ ਪ੍ਰਜਾਤੀ ਨੂੰ ਉਹਦੀ ਲੋੜ ਮੁਤਾਬਕ ਸ਼ਕਤੀਆਂ ਪ੍ਰਦਾਨ ਕਰ ਦਿੱਤੀਆਂ। ਇੰਨੀਆਂ ਦਾਤਾਂ ਜੁਗਾਂ ਜੁਗਾਂ ਤੋਂ ਉਹ ਪਰਮਾਤਮਾ ਨੇ ਸਾਨੂੰ ਬਖਸ਼ੀਆਂ ਹਨ। ਤੇ ਗੁਰੂ ਜੀ ਕਹਿੰਦੇ ਰਾਮ ਨਾ ਜਪੋ ਅਭਾਗ ਤੁਮਾਰਾ, ਕਿ ਤੁਹਾਡੀ ਬਦਕਿਸਮਤੀ ਹੈ ਜੇਕਰ ਤੁਸੀਂ ਉਹਦਾ ਨਾਮ ਨਹੀਂ ਜਪਦੇ ਤਾਂ, ਜੇਕਰ ਤੁਸੀਂ ਉਹਨੂੰ ਨਹੀਂ ਸਿਮਰਦੇ ਤਾਂ, ਜੇਕਰ ਤੁਸੀਂ ਉਹਨੂੰ ਚੇਤੇ ਦੇ ਵਿੱਚ ਨਹੀਂ ਰੱਖਦੇ ਤਾਂ। ਆਮ ਜ਼ਿੰਦਗੀ ਦਾ ਇੱਕ ਵਰਤਾਰਾ ਹੈ ਕਿ ਜੇਕਰ ਕੋਈ ਸਾਡੀ ਸਹਾਇਤਾ ਕਰ ਦੇਵੇ, ਔਖੇ ਵੇਲੇ ਦੇ ਵਿੱਚ ਸਾਡੀ ਕਿਸੇ ਵੀ ਪ੍ਰਕਾਰ ਦੀ ਕੋਈ ਮਦਦ ਕਰ ਦੇਵੇ, ਅਸੀਂ ਉਹਨੂੰ ਯਾਦ ਰੱਖਦੇ ਹਾਂ। ਸੌਖਾ ਵੇਲਾ ਆਉਣ 'ਤੇ ਵੀ ਅਸੀਂ ਉਹਨੂੰ ਯਾਦ ਰੱਖਦੇ ਹਾਂ ਕਿ ਕਿਸੇ ਵੇਲੇ ਮੇਰੇ ਤੇ ਔਖਾ ਵੇਲਾ ਸੀ ਤੇ ਉਸ ਮਨੁੱਖ ਨੇ ਮੇਰੀ ਮਦਦ ਕੀਤੀ ਸੀ। ਅਸੀਂ ਦੂਜਿਆਂ ਕੋਲ ਵੀ ਉਸ ਮਨੁੱਖ ਦੀ ਗੱਲ ਕਰਦੇ ਹਾਂ ਕਿ ਉਹ ਮਨੁੱਖ ਬੜਾ ਚੰਗਾ ਹੈ, ਕਿ ਇਸ ਪ੍ਰਕਾਰ ਔਖੇ ਵੇਲੇ ਉਹਨੇ ਮੇਰਾ ਹੱਥ ਫੜਿਆ। ਤੇ ਪਰਮਾਤਮਾ ਜੋ ਸਾਨੂੰ ਇੰਨਾ ਕੁਝ ਬਖਸ਼ ਰੱਖਿਆ ਹੈ, ਜਿਨਨੇ ਸਾਡੇ ਸਾਹ ਜਿਹਦੀ ਬਖਸ਼ਿਸ਼ ਸਦਕਾ ਚੱਲਦੇ ਨੇ, ਉਹਦੇ ਅਸੀਂ ਸ਼ੁਕਰਗੁਜ਼ਾਰ ਘੱਟ ਹੁੰਦੇ। ਉਹਦੇ ਬਾਰੇ ਅਸੀਂ ਕਿਸੇ ਦੂਜੇ ਮਨੁੱਖ ਨਾਲ ਗੱਲ ਨਹੀਂ ਕਰਦੇ ਕਿ ਵਾਹ ਯਾਰ ਪਰਮਾਤਮਾ ਕਿੰਨਾ ਮਹਾਨ ਹੈ, ਕਿੰਨਾ ਵੱਡਾ ਹੈ, ਕਿੰਨਾ ਦਇਆਵਾਨ ਹੈ। ਅਰਬਾਂ ਦੀ ਗਿਣਤੀ ਦੇ ਵਿੱਚ ਤਾਂ ਇਸ ਧਰਤੀ ਦੇ ਉੱਪਰ ਮਨੁੱਖ ਹੀ ਹਨ ਤੇ ਅਰਬਾਂ ਖਰਬਾਂ ਹੋਰ ਜੀਵ ਹਨ। ਸਾਰਿਆਂ ਨੂੰ ਸਾਹ ਬਖਸ਼ ਰਿਹਾ ਹੈ, ਸਾਰਿਆਂ ਨੂੰ ਬਣਾਉਂਦਾ ਹੈ। ਇੰਨਾ ਮਹਾਨ ਹੈ, ਅਸੀਂ ਫਿਰ ਵੀ ਕਿਸੇ ਦੂਜੇ ਮਨੁੱਖ ਕੋਲੇ ਇਸ ਪ੍ਰਕਾਰ ਉਸ ਪਰਮਾਤਮਾ ਦੀ ਤਾਰੀਫ ਨਹੀਂ ਕਰਦੇ। ਜੇ ਨਹੀਂ ਕਰਦੇ ਤਾਂ ਅਸੀਂ ਬਦਕਿਸਮਤ ਹਾਂ। ਉਹਦੀਆਂ ਦਾਤਾਂ ਨੂੰ, ਉਹਦੀਆਂ ਬਖਸ਼ਿਸ਼ਾਂ ਨੂੰ ਕਦੇ ਭੁੱਲੀਏ ਨਾ, ਚੇਤੇ ਦੇ ਵਿੱਚ ਰੱਖੀਏ। ਗੁਰਮਤਿ ਰਾਮ ਜਪੈ ਜਨ ਪੂਰਾ, ਤਿਤ ਘਟ ਅਨਹਤ ਬਾਜੇ ਤੂਰਾ। ਜੋ ਗੁਰਮਤਿ ਦੇ ਉੱਤੇ ਚੱਲਦਾ ਹੈ, ਗੁਰੂ ਤੋਂ ਸਿੱਖਿਆ ਲੈ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਜਨ
ਪੂਰਾ ਹੋ ਜਾਂਦਾ ਹੈ, ਸੰਪੂਰਨ ਹੋ ਜਾਂਦਾ ਹੈ। ਉਹ ਫਿਰ ਮਾਇਆ ਜਾਂ ਵਿਕਾਰਾਂ ਦੇ ਹੱਲਿਆਂ ਦੇ ਅੱਗੇ ਡੋਲਦਾ ਨਹੀਂ। ਉਹਦੇ ਹਿਰਦੇ ਦੇ ਵਿੱਚ, ਉਹਦੇ ਹਿਰਦੇ ਘਰ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਵਾਜਾ ਲਗਾਤਾਰ ਬਿਨਾਂ ਕਿਸੇ ਚੋਟ ਦੇ ਵੱਜਦਾ ਰਹਿੰਦਾ ਹੈ। ਤੂਰਾ ਤੋਂ ਭਾਵ ਵਾਜਾ, ਅਨਹਤ ਤੋਂ ਭਾਵ ਕਿ ਲਗਾਤਾਰ ਵੱਜ ਰਿਹਾ ਹੈ, ਉਹਨੂੰ ਵਜਾਉਣ ਦੇ ਲਈ ਕੋਈ ਕੋਸ਼ਿਸ਼ ਵੀ ਨਹੀਂ ਕਰਨੀ ਪੈਂਦੀ। ਜਿਸ ਮਨੁੱਖ ਨੇ ਉਸ ਪਰਮਾਤਮਾ ਦੇ ਨਾਲ ਆਪਣੇ ਆਪ ਨੂੰ ਜੋੜ ਲਿਆ, ਆਪਣੀ ਲਿਵ ਉਸ ਪਰਮਾਤਮਾ ਦੇ ਵਿੱਚ ਜੋੜ ਲਈ, ਉਹਦੇ ਅੰਦਰ ਇਹ ਵਾਜਾ ਬਿਨਾਂ ਕਿਸੇ ਕੋਸ਼ਿਸ਼ ਦੇ ਵੱਜਦਾ ਰਹਿੰਦਾ ਹੈ। ਸੋ ਜਨ ਰਾਮ ਭਗਤ ਹਰ ਪਿਆਰ, ਸੇ ਪ੍ਰਭ ਰਾਖੇ ਕਿਰਪਾ ਧਾਰ। ਜਿਨ੍ਹਾਂ ਮਨੁੱਖਾਂ ਦਾ ਉਸ ਪਰਮਾਤਮਾ ਦੇ ਨਾਲ ਤੇ ਉਹਦੀ ਭਗਤੀ ਦੇ ਨਾਲ ਪ੍ਰੇਮ ਹੁੰਦਾ ਹੈ, ਉਹਨਾਂ ਮਨੁੱਖਾਂ ਨੂੰ ਪਰਮਾਤਮਾ ਖੁਦ ਕਿਰਪਾ ਕਰਕੇ ਬਚਾਉਂਦਾ ਹੈ। ਕਾਹਦੇ ਤੋਂ ਬਚਾਉਂਦਾ ਹੈ? ਮਾਇਆ ਦੇ ਹੱਲਿਆਂ ਤੋਂ ਬਚਾਉਂਦਾ ਹੈ, ਵਿਕਾਰਾਂ ਤੋਂ ਬਚਾਉਂਦਾ ਹੈ। ਦੁੱਖਾਂ ਦਰਦਾਂ ਦੇ ਵੇਲੇ, ਔਖੇ ਸਮਿਆਂ ਦੇ ਵੇਲੇ ਉਹਨਾਂ ਨੂੰ ਸਹਾਰਾ ਦਿੰਦਾ ਹੈ, ਉਹਨਾਂ ਨੂੰ ਡੋਲਣ ਨਹੀਂ ਦਿੰਦਾ। ਜਿਨ ਕਾ ਹਿਰਦੈ ਹਰ ਹਰ ਸੋਈ, ਤਿਨ ਕਾ ਦਰਸ ਪਰਸ ਸੁਖ ਹੋਈ। ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਸਿਰਫ ਉਹ ਪਰਮਾਤਮਾ ਵਸਦਾ ਹੈ, ਗੁਰੂ ਜੀ ਕਹਿੰਦੇ ਕਿ ਉਹਨਾਂ ਦਾ ਦਰਸ਼ਨ ਕੀਤਿਆਂ ਆਤਮਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਤਿਨ ਕਾ ਦਰਸ ਪਰਸ ਸੁਖ ਹੋਈ। ਸਰਬ ਜੀਆ ਮਹਿ ਏਕੋ ਰਵੈ, ਮਨਮੁਖ ਅਹੰਕਾਰੀ ਫਿਰ ਜੂਨੀ ਭਵੈ। ਗੁਰੂ ਜੀ ਕਹਿੰਦੇ ਕਿ ਸਾਰੇ ਹੀ ਜੀਵਾਂ ਦੇ ਵਿੱਚ ਇੱਕ ਪਰਮਾਤਮਾ ਵਸਦਾ ਹੈ, ਪਰ ਜੋ ਮਨਮੁਖ ਹੈ ਉਹ ਇਸ ਗੱਲ ਨੂੰ ਨਹੀਂ ਮੰਨਦਾ, ਉਹ ਇਸ ਗੱਲ ਨੂੰ ਨਹੀਂ ਸਮਝਦਾ, ਤੇ ਨਾ ਸਮਝਣ ਕਰਕੇ ਆਪਣੇ ਹੰਕਾਰ ਦੇ ਵਿੱਚ ਲੱਗੇ ਹੋਣ ਕਰਕੇ ਬਹੁ ਜੂਨਾਂ ਦੇ ਵਿੱਚ ਭਟਕਦਾ ਰਹਿੰਦਾ ਹੈ। ਕਦੇ ਦੁਖੀ ਹੋ ਜਾਂਦਾ ਹੈ, ਕਦੇ ਖੁਸ਼ ਹੋ ਜਾਂਦਾ ਹੈ। ਇਸੇ ਪ੍ਰਕਾਰ ਹੀ ਵੱਖ-ਵੱਖ ਮਾਨਸਿਕ ਹਾਲਤਾਂ ਭਾਵ ਜੂਨਾਂ ਦੇ ਵਿੱਚ ਭਟਕਦਾ ਰਹਿੰਦਾ ਹੈ। ਸੋ ਬੂਝੈ ਜੋ ਸਤਿਗੁਰ ਪਾਏ, ਹਉਮੈ ਮਾਰੇ ਗੁਰ ਸ਼ਬਦੇ ਪਾਏ। ਇਸ ਗੱਲ ਨੂੰ ਉਹੀ ਮਨੁੱਖ ਸਮਝਦਾ ਹੈ ਕਿ ਪਰਮਾਤਮਾ ਸਾਰੇ ਜੀਵਾਂ 'ਚ ਵਸਦਾ ਹੈ, ਜਿਹਨੂੰ ਗੁਰੂ ਮਿਲ ਜਾਂਦਾ ਹੈ, ਜਿਹੜਾ ਗੁਰੂ ਦੇ ਲੜ ਲੱਗ ਜਾਂਦਾ ਹੈ, ਗੁਰੂ ਦੇ ਸ਼ਬਦਾਂ ਦੇ ਲੜ ਲੱਗ ਕੇ, ਗੁਰੂ ਤੋਂ ਸਿੱਖਿਆਵਾਂ ਲੈ ਕੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਲੈਂਦਾ ਹੈ ਤੇ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ। ਉਹੀ ਇਹ ਗੱਲ ਨੂੰ ਸਮਝ ਪਾਉਂਦਾ ਹੈ ਕਿ ਪਰਮਾਤਮਾ ਸਾਰੇ ਜੀਵਾਂ ਦੇ ਵਿੱਚ ਵਸਦਾ ਹੈ। ਅਰਧ ਉਰਧ ਕੀ ਸੰਧ ਕਿਉ ਜਾਣੈ, ਗੁਰਮੁਖ ਸੰਧ ਮਿਲੈ ਮਨ ਮਨ। ਇੱਕ ਹੈ ਸਾਡੀ ਜੀਵ ਆਤਮਾ ਤੇ ਦੂਜਾ ਹੈ ਪਰਮਾਤਮਾ। ਦੋਨੋਂ ਹੀ ਸਾਡੇ ਅੰਦਰ ਨੇ ਤੇ ਗੁਰੂ ਜੀ ਕਹਿੰਦੇ ਕਿ ਦੋਨਾਂ ਦੇ ਮਿਲਾਪ ਦੀ ਗੱਲ ਮਨਮੁਖ ਮਨੁੱਖ ਕੀ ਜਾਣੇ। ਅਰਧ ਤੋਂ ਭਾਵ ਜੀਵ ਆਤਮਾ, ਉਰਧ ਤੋਂ ਭਾਵ ਪਰਮਾਤਮਾ, ਸੰਧ ਤੋਂ ਭਾਵ ਮਿਲਾਪ। ਅਰਧ ਉਰਧ ਕੀ ਸੰਧ ਕਿਉ ਜਾਣੈ, ਕਿ ਜੋ ਮਨੁੱਖ ਸਿਮਰਨ ਤੋਂ ਵਾਂਝਾ ਹੈ, ਜਿਹੜਾ ਗੁਰੂ ਦੇ ਲੜ ਨਹੀਂ ਲੱਗਿਆ ਹੈ, ਜਿਹੜਾ ਮਨਮੁਖ ਹੈ, ਆਪਣੇ ਹੰਕਾਰ ਦੇ ਪਿੱਛੇ ਲੱਗ ਕੇ ਹੀ ਚੱਲ ਰਿਹਾ ਹੈ, ਉਹ ਜੀਵ ਆਤਮਾ ਤੇ ਪਰਮਾਤਮਾ ਦੇ ਮਿਲਾਪ ਨੂੰ ਪਛਾਣ ਨਹੀਂ ਸਕਦਾ। ਉਹਨੇ ਕਦੇ ਉਹ ਅਹਿਸਾਸ ਮਹਿਸੂਸ ਹੀ ਨਹੀਂ ਕੀਤਾ, ਤਾਂ ਉਹ ਇਸ ਗੱਲ ਨੂੰ ਮੰਨੇ ਕਿ ਗੁਰਮੁਖ ਸੰਧ ਮਿਲੈ ਮਨ ਮਨ। ਜਦੋਂ ਗੁਰਮੁਖ ਹੋ ਜਾਈਏ ਤਾਂ ਉਹ ਅਹਿਸਾਸ ਮਹਿਸੂਸ ਕਰਨ ਦੇ ਯੋਗ ਹੋ ਜਾਂਦੇ ਹਾਂ, ਪਰਮਾਤਮਾ ਦੇ ਨਾਲ ਮਿਲਾਪ ਕਰ ਪਾਉਂਦੇ ਹਾਂ। ਜਦੋਂ ਮਿਲਾਪ ਹੋ ਗਿਆ, ਉਹ ਅਹਿਸਾਸ ਹੋ ਗਿਆ, ਤਾਂ ਮਨ ਆਪਣੇ ਆਪ ਹੀ ਮੰਨ ਜਾਂਦਾ ਹੈ। ਫਿਰ ਮਨ ਪਰਮਾਤਮਾ ਦੀ ਭਗਤੀ ਦੇ ਵਿੱਚ ਗਿੱਝ ਜਾਂਦਾ ਹੈ। ਅੱਗੇ ਗੁਰੂ ਜੀ ਕਹਿੰਦੇ ਹਮ ਪਾਪੀ ਨਿਰਗੁਣ ਕਉ ਗੁਣ ਕਰੀਏ, ਕਿ ਹੇ ਪ੍ਰਮਾਤਮਾ ਅਸੀਂ ਪਾਪੀ ਹਾਂ, ਨਿਰਗੁਣ ਹਾਂ, ਕੋਈ ਗੁਣ ਨਹੀਂ ਹੈ ਸਾਡੇ 'ਚ, ਕਿਰਪਾ ਕਰ ਤੇ ਸਾਨੂੰ ਗੁਣ ਬਖਸ਼। ਪ੍ਰਭ ਹੋਏ ਦਇਆਲ ਨਾਨਕ ਜਨ ਤਰੀਏ। ਜੇ ਪ੍ਰਮਾਤਮਾ ਦਇਆਲ ਹੋਵੇ, ਪ੍ਰਮਾਤਮਾ ਕਿਰਪਾ ਕਰੇ, ਤਾਂ ਪ੍ਰਮਾਤਮਾ ਦਾ ਸੇਵਕ ਨਾਨਕ ਇਸ ਸੰਸਾਰ ਸਮੁੰਦਰ ਨੂੰ ਤਰ ਜਾਵੇ। 16 ਅਸ਼ਟਪਦੀਆਂ ਗੁਆਰਰੀ ਗੌੜੀ ਕੀਆਂ। ਇਹ ਪੰਕਤੀ ਸਿਰਫ ਇਹ ਦਰਸਾਉਣ ਲਈ ਲਿਖੀ ਗਈ ਹੈ ਕਿ ਗੁਆਰਰੀ ਗੌੜੀ ਦੇ ਰਾਗ ਦੇ ਵਿੱਚ 16 ਅਸ਼ਟਪਦੀਆਂ ਕੰਪਲੀਟ ਹੋ ਗਈਆਂ ਹਨ, ਸੰਪੂਰਨ ਹੋ ਗਈਆਂ ਹਨ। ਗੌੜੀ ਬੈਰਾਗਣ ਮਹਿਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜੋ ਗਾਈ ਕੋ ਗੋਇਲੀ ਰਾਖੈ ਕਰ ਸਾਰਾ, ਅਹਨਸ ਪਾਲੈ ਰਾਖ ਲੇਹ ਆਤਮ ਸੁਖ ਧਾਰ। ਕਿ ਜਿਸ ਪ੍ਰਕਾਰ ਇੱਕ ਗਵਾਲਾ ਗਊਆਂ ਦੀ ਰਾਖੀ ਕਰਦਾ ਹੈ, ਉਹਨਾਂ ਨੂੰ ਸੰਭਾਲਦਾ ਹੈ, ਉਹਨਾਂ ਦੀ ਸੇਵਾ ਕਰਦਾ ਹੈ, ਉਸੇ ਪ੍ਰਕਾਰ ਹੀ ਹੇ ਪ੍ਰਮਾਤਮਾ ਤੂੰ ਦਿਨ ਰਾਤ ਸਾਨੂੰ ਪਾਲਦਾ ਹੈ, ਸਾਡੀ ਰਾਖੀ ਕਰਦਾ ਹੈ, ਸਾਨੂੰ ਆਤਮਿਕ ਸੁਖ ਬਖਸ਼ਦਾ ਹੈ। ਇਤ ਉਤ ਰਾਖੋ ਦੀਨ ਦਇਆਲਾ, ਤਉ ਸਰਨਾਗਤ ਨਦਰ ਨਿਹਾਲਾ ਰਹਾਓ।
ਗੁਰੂ ਜੀ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹੋਏ ਕਹਿੰਦੇ ਹਨ ਕਿ हे ਪਰਮਾਤਮਾ, हे ਰੱਖਿਆ ਕਰਨ ਵਾਲੇ, ਜੀਵਾਂ ਦੇ ਉੱਪਰ ਦਇਆ ਕਰਨ ਵਾਲੇ ਪਰਮਾਤਮਾ, ਇਤ ਉਤ ਭਾਵ ਲੋਕ ਪਰਲੋਕ ਦੇ ਵਿੱਚ ਮੇਰੀ ਰੱਖਿਆ ਕਰ, ਸੁੱਖ ਦੁੱਖ ਦੇ ਵਿੱਚ ਮੇਰੀ ਰੱਖਿਆ ਕਰ। ਲੋਕ ਪਰਲੋਕ ਕੋਈ ਨਰਕ ਸਵਰਗ ਨਹੀਂ, ਜਿਵੇਂ ਕਿ ਆਮ ਲੋਕਾਂ ਦੇ ਵਿੱਚ ਇੱਕ ਸਮਝ ਹੁੰਦੀ ਹੈ। ਇਸ ਵਿਸ਼ੇ ਤੇ ਆਪਾਂ ਪਿੱਛੇ ਇੱਕ ਵੀਡੀਓ ਵੀ ਬਣਾਈ ਸੀ, ਜਿਹਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮੌਜੂਦ ਹੈ ਤੇ ਮੈਨੂੰ ਉਮੀਦ ਹੈ ਤੁਸੀਂ ਸਭ ਨੇ ਵੇਖ ਰੱਖੀ ਹੋਣੀ ਹੈ। ਤਾਂ ਗੁਰੂ ਜੀ ਕਹਿੰਦੇ ਕਿ ਇਤ ਉਤ ਰਾਖੋ ਦੀਨ ਦਇਆਲਾ, ਕਿ ਜੀਵਾਂ ਦੇ ਉੱਪਰ ਦਇਆ ਕਰਨ ਵਾਲੇ ਪ੍ਰਮਾਤਮਾ, ਲੋਕ ਪਰਲੋਕ ਦੇ ਵਿੱਚ ਮੇਰੀ ਰੱਖਿਆ ਕਰ। ਤਉ ਸਰਨਾਗਤ ਨਦਰ ਨਿਹਾਲਾ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ, ਮੇਰੇ ਤੇ ਮਿਹਰ ਦੀ ਨਿਗਾਹ ਕਰ। ਜੈ ਦੇਖੋ ਤਹਿ ਰਬ ਰਹੇ, ਰਖ ਰਾਖਨ ਹਾਰਾ, ਤੂੰ ਦਾਤਾ ਭੁਗਤਾ ਤੂੰ ਹੈ, ਤੂੰ ਪ੍ਰਾਣ ਆਧਾਰਾ। ਕਹਿੰਦੇ ਮੈਂ ਜਿੱਧਰ ਵੀ ਵੇਖਦਾ ਹਾਂ ਮੈਨੂੰ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਤੂੰ ਰਵਿਆ ਹੋਇਆ ਮਹਿਸੂਸ ਹੁੰਦਾ ਹੈ। ਮੈਂ ਇਸ ਗੱਲ ਨੂੰ ਸਮਝਦਾ ਹਾਂ ਕਿ ਤੂੰ ਹੀ ਦਾਤਾ ਹੈ ਤੇ ਤੂੰ ਹੀ ਭੁਗਤਾ ਹੈ। ਜੀਵਾਂ ਨੂੰ ਦਾਤਾਂ ਬਖਸ਼ਣ ਵਾਲਾ ਵੀ ਤੂੰ ਹੀ ਹੈ, ਉਹਨਾਂ ਦੇ ਅੰਦਰ ਵਿਆਪਕ ਹੋ ਕੇ ਉਹਨਾਂ ਬਖਸ਼ੀਆਂ ਹੋਈਆਂ ਦਾਤਾਂ ਨੂੰ ਭੁਗਤਣ ਵਾਲਾ ਵੀ ਤੂੰ ਹੀ ਹੈ, ਉਹਨਾਂ ਦਾਤਾਂ ਦਾ ਆਨੰਦ ਲੈਣ ਵਾਲਾ ਵੀ ਤੂੰ ਹੀ ਹੈ। ਤੂੰ ਪ੍ਰਾਣ ਆਧਾਰਾ, ਜੀਵਾਂ ਦੇ ਪ੍ਰਾਣਾਂ ਦੀ ਰੱਖਿਆ ਕਰਨ ਵਾਲਾ ਵੀ ਤੂੰ ਹੀ ਹੈ, ਉਹਨਾਂ ਦਾ ਆਸਰਾ ਵੀ ਤੂੰ ਹੀ ਹੈ। ਇਹ ਜੋ ਪੰਕਤੀ ਹੈ, ਤੂੰ ਦਾਤਾ ਭੁਗਤਾ ਤੂੰ ਹੈ, ਇਹ ਚਾਰ ਜੋ ਸ਼ਬਦ ਹਨ, ਇਹਨਾਂ ਦੇ ਵਿੱਚ ਬੜੀ ਗਹਿਰਾਈ ਹੈ। ਅਸੀਂ ਅਕਸਰ ਇਹ ਤਾਂ ਕਹਿ ਲੈਂਦੇ ਹਾਂ ਕਿ ਉਹ ਪਰਮਾਤਮਾ ਸਾਡੇ ਅੰਦਰ ਵਸਦਾ ਹੈ, ਪਰ ਜ਼ਿਆਦਾਤਰ ਅਸੀਂ ਉਸ ਪਰਮਾਤਮਾ ਨੂੰ ਅੰਦਰ ਵਸਦੇ ਹੋਏ ਨੂੰ ਡੂੰਘਾਈ ਤੋਂ ਮਹਿਸੂਸ ਨਹੀਂ ਕਰ ਪਾਉਂਦੇ, ਜਾਂ ਇਸ ਅਹਿਸਾਸ ਨੂੰ ਉਸ ਡੂੰਘਾਈ ਨਾਲ ਮੰਨਦੇ ਨਹੀਂ। ਇਹੀ ਕਾਰਨ ਹੈ ਕਿ ਅਸੀਂ ਛੋਟੀਆਂ-ਛੋਟੀਆਂ ਗੱਲਾਂ ਤੇ ਖੁਸ਼ ਵੀ ਹੋ ਜਾਂਦੇ ਹਾਂ ਤੇ ਛੋਟੀਆਂ-ਛੋਟੀਆਂ ਗੱਲਾਂ ਤੇ ਦੁਖੀ ਵੀ ਹੋ ਜਾਂਦੇ ਹਾਂ। ਜੇਕਰ ਇਹ ਗੱਲ ਸਾਡੇ ਅੰਦਰ ਪਰਪੱਕ ਤੌਰ ਤੇ ਵਸ ਜਾਏ ਕਿ ਤੂੰ ਦਾਤਾ ਭੁਗਤਾ ਤੂੰ ਹੈ, ਸਾਡੀ ਕੋਈ ਹਸਤੀ ਨਹੀਂ ਹੈ, ਉਹ ਪਰਮਾਤਮਾ ਸਾਡੇ ਅੰਦਰ ਵਸਿਆ ਹੋਇਆ ਹੈ, ਉਹਨੂੰ ਜੋ ਲੱਗਦਾ ਹੈ ਉਹ ਉਹੀ ਕਰਦਾ ਹੈ। ਜਿਸ ਕਾਸੇ ਨੂੰ ਉਹਦਾ ਮਨ ਕਰਦਾ ਹੈ ਉਦਾਂ ਦੀ ਦਾਤ ਉਹ ਸਾਨੂੰ ਬਖਸ਼ਦਾ ਹੈ। ਇਹਦੇ ਵਿੱਚ ਸੁੱਖ ਵੀ ਆਉਂਦੇ ਨੇ, ਇਹਦੇ ਵਿੱਚ ਦੁੱਖ ਵੀ ਆਉਂਦੇ ਨੇ, ਤੰਦਰੁਸਤੀ ਵੀ ਆਉਂਦੀ ਹੈ, ਬਿਮਾਰੀਆਂ ਵੀ ਆਉਂਦੀਆਂ ਨੇ, ਸੁਖਦ ਘਟਨਾਵਾਂ ਵੀ ਆਉਂਦੀਆਂ ਨੇ, ਦੁਖਦ ਘਟਨਾਵਾਂ ਵੀ ਆਉਂਦੀਆਂ ਨੇ। ਜਿਵੇਂ ਦਾ ਉਹਦਾ ਮਨ ਕਰਦਾ ਹੈ, ਜੋ ਉਹਨੂੰ ਚੰਗਾ ਲੱਗਦਾ ਹੈ ਉਹ ਉਵੇਂ ਕਰ ਲੈਂਦਾ ਹੈ। ਅਸੀਂ ਤਾਂ ਸਿਰਫ ਇੱਕ ਜ਼ਰੀਆ ਹਾਂ, ਅਸਲ ਦੇ ਵਿੱਚ ਭੁਗਤਦਾ ਉਹ ਪਰਮਾਤਮਾ ਹੈ। ਜੇਕਰ ਇਸ ਅਹਿਸਾਸ ਨੂੰ ਤੁਸੀਂ ਡੂੰਘਾਈ ਤੇ ਸਮਝ ਲਵੋ, ਤੁਸੀਂ ਦੁਖੀ ਨਹੀਂ ਹੋਵੋਗੇ ਜ਼ਿੰਦਗੀ 'ਚ ਕਦੇ, ਕਿਉਂਕਿ ਹਰ ਵੇਲੇ ਤੁਹਾਡੇ ਅੰਦਰ ਇਹ ਅਹਿਸਾਸ ਹੋਏਗਾ ਕਿ ਜੋ ਭੁਗਤ ਰਿਹਾ ਹੈ ਤੇ ਜੋ ਬਖਸ਼ ਰਿਹਾ ਹੈ ਉਹ ਪਰਮਾਤਮਾ ਹੈ, ਮੈਂ ਸਿਰਫ ਇੱਕ ਜ਼ਰੀਆ ਹਾਂ। ਅਸੀਂ ਦੁਖੀ ਉਦੋਂ ਹੁੰਦੇ ਹਾਂ ਜਦੋਂ ਅਸੀਂ ਆਪਣੀ ਹਸਤੀ ਨੂੰ ਮੂਹਰੇ ਲੈ ਕੇ ਆਉਂਦੇ ਹਾਂ। ਹੁਣ ਕਈ ਵਾਰ ਇਹ ਸਵਾਲ ਵੀ ਉੱਠ ਸਕਦਾ ਹੈ ਕਿ ਮੰਨ ਲਓ ਸਾਡੇ ਸਰੀਰ ਤੇ ਕੋਈ ਚੋਟ ਲੱਗ ਜਾਏ ਤਾਂ ਉਹਦਾ ਦਰਦ ਹੁੰਦਾ ਹੈ ਤੇ ਉਹ ਦਰਦ ਤੇ ਸਾਨੂੰ ਹੀ ਮਹਿਸੂਸ ਹੁੰਦਾ ਹੈ। ਬਿਲਕੁਲ ਹੁੰਦਾ ਹੈ। ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਕਰ ਸਕਦਾ ਕਿ ਜੇ ਚੋਟ ਲੱਗੇਗੀ ਤਾਂ ਦਰਦ ਹੋਏਗਾ, ਪਰ ਉਸ ਦਰਦ ਨੂੰ ਲੈ ਕੇ ਤੁਸੀਂ ਸੋਚਦੇ ਕੀ ਹੋ, ਇਹ ਗੱਲ ਬਹੁਤ ਵੱਡਾ ਮਾਇਨੇ ਰੱਖਦੀ ਹੈ। ਹਲੇ ਕੱਲ ਦੀ ਹੀ ਗੱਲ ਹੈ, ਕਿਸਾਨਾਂ ਦੇ ਉੱਪਰ ਜੋ ਅਤਿਆਚਾਰ ਹੋਇਆ ਹੈ ਉਹਦੇ ਵਿੱਚੋਂ ਇੱਕ ਨੌਜਵਾਨ ਦੀ ਤਸਵੀਰ ਬੜੀ ਸਾਹਮਣੇ ਆ ਰਹੀ ਹੈ, ਜਿਹਦੇ ਸਿਰ ਦੇ ਵਿੱਚ ਚੋਟ ਲੱਗੀ ਹੈ, ਸਿਰ 'ਚੋਂ ਲਹੂ ਨਿਕਲ ਰਿਹਾ ਹੈ, ਪਰ ਉਹ ਫਿਰ ਵੀ ਮੁਸਕਰਾ ਰਿਹਾ ਹੈ। ਹੁਣ ਸਿਰ ਦੇ ਵਿੱਚ ਚੋਟ ਲੱਗੀ ਹੋਈ ਹੈ, ਇਹ ਨਹੀਂ ਹੋ ਸਕਦਾ ਕਿ ਉਹਨੂੰ ਦਰਦ ਨਾ ਹੋ ਰਿਹਾ ਹੋਵੇ। ਦਰਦ ਸਰੀਰਕ ਹੈ, ਦਰਦ ਸਰੀਰ ਨੂੰ ਹੋ ਰਿਹਾ ਹੈ, ਪਰ ਮਾਨਸਿਕ ਤੌਰ ਤੇ ਉਹ ਬੰਦਾ ਅਡੋਲ ਹੈ, ਮਾਨਸਿਕ ਤੌਰ ਤੇ ਉਹ ਖੁਸ਼ ਹੀ ਹੈ। ਸ਼ਾਇਦ ਉਹਦੇ ਅੰਦਰ ਵੀ ਇਹ ਗੱਲ ਘਰ ਕੀਤੀ ਹੋਈ ਹੈ ਕਿ ਇਹ ਪਰਤਾਰਾ ਪਰਮਾਤਮਾ ਦਾ ਬਖਸ਼ਿਆ ਹੋਇਆ ਹੈ, ਮੈਨੂੰ ਉਸ ਪਰਮਾਤਮਾ ਦੀ ਮਰਜ਼ੀ ਮਨਜ਼ੂਰ ਹੈ। ਸ਼ਾਇਦ ਇਹ ਅਹਿਸਾਸ ਉਹਦੇ ਅੰਦਰ ਵਸਿਆ ਹੋਇਆ ਹੈ। ਤਾਂ ਇਹੀ ਗੱਲ ਅਸੀਂ ਕਹਿ ਰਹੇ ਹਾਂ ਕਿ ਸਰੀਰਕ ਦਰਦ ਹੋਣਾ ਸੁਭਾਵਿਕ ਹੈ ਜੇਕਰ ਸਾਡੇ ਕੋਈ ਚੋਟ ਲੱਗਦੀ ਹੈ, ਪਰ ਮਾਨਸਿਕ ਤੌਰ ਤੇ ਉਸ ਦਰਦ ਦੇ ਬਾਰੇ 'ਚ ਤੁਸੀਂ ਸੋਚਦੇ ਕੀ ਹੋ, ਇਹ ਗੱਲ ਦਾ ਆਪਣਾ ਇੱਕ ਬਹੁਤ ਵੱਡਾ ਰੋਲ ਹੈ। ਤੇ ਜੇਕਰ ਅਸੀਂ ਹਰ ਪ੍ਰਕਾਰ ਦੇ ਕਸ਼ਟ ਦੇ ਸਮੇਂ ਦੇ ਵਿੱਚ ਸਥਿਰ ਰਹਿਣਾ ਚਾਹੁੰਦੇ ਹਾਂ ਤਾਂ ਇਹਨਾਂ ਪੰਕਤੀਆਂ ਨੂੰ ਮਨ ਦੇ ਵਿੱਚ ਵਸਾ ਲੈਣਾ ਚਾਹੀਦਾ ਹੈ ਕਿ ਤੂੰ ਦਾਤਾ ਭੁਗਤਾ ਤੂੰ। ਅੱਗੇ ਚੱਲਦੇ ਹਾਂ। ਕਿਰਤ ਪਿਆ ਅਧ ਊਰ ਦੀ ਬਿਨ ਗਿਆਨ ਵਿਚਾਰਾ।
ਹੁਣ ਦੇਖੋ, ਜਿਹੜੇ ਮਨੁੱਖ ਨੂੰ ਇਸ ਪੰਕਤੀ ਦਾ ਜੋ ਪਿੱਛੇ ਆਪਾਂ ਪੜ੍ਹੀ ਹੈ ਉਹਦਾ ਗਿਆਨ ਨਹੀਂ, ਜਿਨਨੇ ਕਦੇ ਇਸ ਵਿਚਾਰ ਨੂੰ ਸੁਣਿਆ ਨਹੀਂ ਤੇ ਸਮਝਿਆ ਨਹੀਂ, ਉਹ ਆਪਣੇ ਕੀਤੇ ਹੋਏ ਕਰਮਾਂ ਦੇ ਕਾਰਨ ਜੋ ਉਹ ਕਾਰਜ, ਜੋ ਉਹ ਕਰਮ ਆਪਣੀ ਜ਼ਿੰਦਗੀ ਦੇ ਵਿੱਚ ਕਰਦਾ ਹੈ, ਉਹਨਾਂ ਦੇ ਚੰਗੇ ਮਾੜੇ ਨਤੀਜੇ ਜਦੋਂ ਉਹਨੂੰ ਮਿਲਦੇ ਨੇ, ਉਹਨਾਂ ਦੇ ਕਰਕੇ ਅੱਧ ਊਰਦੀ, ਅੱਧ ਤੋਂ ਭਾਵ ਪਰਲੋਕ ਦੇ ਵਿੱਚ ਚਲੇ ਜਾਣਾ ਤੇ ਊਰਦੀ ਤੋਂ ਭਾਵ ਆਕਾਸ਼ ਦੇ ਵਿੱਚ ਚਲੇ ਜਾਣਾ। ਆਪਣੇ ਕੀਤੇ ਹੋਏ ਕਾਰਜਾਂ ਦੇ ਕਰਕੇ ਕਦੇ ਉਹ ਆਕਾਸ਼ ਦੇ ਵਿੱਚ ਉੱਡਦਾ ਹੈ, ਭਾਵ ਬੜਾ ਖੁਸ਼ ਹੁੰਦਾ ਹੈ, ਸੁਖੀ ਹੁੰਦਾ ਹੈ, ਕਦੇ ਪਤਾਲ ਦੇ ਵਿੱਚ ਜਾ ਬਹਿੰਦਾ ਹੈ, ਭਾਵ ਕਿ ਬਹੁਤ ਦੁਖੀ ਹੁੰਦਾ ਹੈ। ਪਰ ਸਿਰਫ ਉਦੋਂ ਤੱਕ ਜਦ ਤੱਕ ਤੁਸੀਂ ਆ ਪਿੱਛੇ ਜੋ ਅਸੀਂ ਪੰਕਤੀ ਪੜ੍ਹੀ ਹੈ ਕਿ ਤੂੰ ਦਾਤਾ ਭੁਗਤਾ ਤੂੰ ਹੈ, ਇਹਨੂੰ ਸਮਝ ਨਹੀਂ ਲੈਂਦੇ, ਇਹਦਾ ਗਿਆਨ ਸਾਡੇ ਅੰਦਰ ਨਹੀਂ ਵਸ ਜਾਂਦਾ, ਇਹ ਵਿਚਾਰ ਅਸੀਂ ਸੁਣ ਨਹੀਂ ਲੈਂਦੇ, ਉਦੋਂ ਤੱਕ ਅਸੀਂ ਆਪਣੇ ਕੀਤੇ ਕਰਮਾਂ ਕਾਰਨ ਆਕਾਸ਼ ਤੇ ਪਤਾਲ ਦੇ ਚੱਕਰ ਲਾਉਂਦੇ ਰਹਿੰਦੇ ਹਾਂ। ਬਿਨ ਉਪਮਾ ਜਗਦੀਸ਼ ਕੀ ਬਿਨਸੈ ਨਾ ਅੰਧਿਆਰਾ। ਉਸ ਪਰਮਾਤਮਾ ਦੀ ਉਪਮਾ ਕੀਤੇ ਬਿਨਾ, ਉਹਦਾ ਸਿਮਰਨ ਕੀਤੇ ਬਿਨਾ, ਉਹਦੀ ਸਿਫਤ ਸਲਾਹ ਕੀਤੇ ਬਿਨਾ ਸਾਡੇ ਮਨ ਤੋਂ ਅਗਿਆਨਤਾ ਦਾ ਇਹ ਹਨੇਰਾ ਦੂਰ ਨਹੀਂ ਹੁੰਦਾ। ਉਹਦਾ ਸਿਮਰਨ ਕਰੋ, ਉਹਦੀ ਸਿਫਤ ਸਲਾਹ ਕਰੋ। ਪਹਿਲਾਂ ਇਹ ਮੰਨੋ ਕਿ ਉਹ ਸਾਡੇ ਅੰਦਰ ਵੀ ਵਸਦਾ ਹੈ, ਉਹ ਸਾਡੇ ਆਲੇ ਦੁਆਲੇ ਵੀ ਵਸਦਾ ਹੈ, ਹਰ ਜੀਵ ਦੇ ਵਿੱਚ ਵਸਦਾ ਹੈ ਤੇ ਉਹ ਬੜਾ ਮਹਾਨ ਹੈ। ਇਸ ਲਈ ਉਹਦੀ ਸਿਫਤ ਸਲਾਹ ਕਰੀ, ਸਿਫਤ ਸਲਾਹ ਕਰਾਂਗੇ, ਅਗਿਆਨਤਾ ਦਾ ਹਨੇਰਾ ਸਾਡੇ ਮਨ ਚੋਂ ਦੂਰ ਹੋਏਗਾ, ਗਿਆਨ ਦਾ ਚਾਨਣ ਸਾਡੇ ਅੰਦਰ ਹੋ ਕੇ ਤੂੰ ਦਾਤਾ ਭੁਗਤਾ ਤੁਹੇ ਦੇ ਅਰਥ ਸਾਡੇ ਅੰਦਰ ਘਰ ਘਰ ਜਾਣਗੇ। ਜਗ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ। ਗੁਰੂ ਜੀ ਕਹਿੰਦੇ ਕਿ ਲੋਭ ਤੇ ਹੰਕਾਰ ਦੇ ਵਿੱਚ ਫਸ ਕੇ ਮੈਂ ਦੁਨੀਆ ਨੂੰ ਖਤਮ ਹੁੰਦੇ ਦੇਖਿਆ ਹੈ, ਲੋਕਾਂ ਨੂੰ ਆਤਮਕ ਮੌਤੇ ਮਰਦੇ ਦੇਖਿਆ ਹੈ। ਗੁਰ ਸੇਵਾ ਪ੍ਰਭ ਪਾਇਆ ਸੱਚ ਮੁਕਤ ਦੁਆਰਾ। ਕਹਿੰਦੇ ਗੁਰੂ ਦੀ ਸੇਵਾ ਕੀਤਿਆਂ ਪਰਮਾਤਮਾ ਦੇ ਨਾਲ ਮਿਲਾਪ ਹਾਸਲ ਹੁੰਦਾ ਹੈ ਤੇ ਜਦੋਂ ਉਸ ਪਰਮਾਤਮਾ ਨਾਲ ਮਿਲਾਪ ਹਾਸਲ ਹੋ ਗਿਆ ਤਾਂ ਲੋਭ ਹੰਕਾਰ ਵਰਗੇ ਵਿਕਾਰਾਂ ਤੋਂ ਮੁਕਤੀ ਦਾ ਰਸਤਾ ਲੱਭ ਜਾਂਦਾ ਹੈ। ਨਿਜ ਘਰ ਮਹਿਲ ਅਪਾਰ ਕੋ ਅਪਰੰਪਰ ਸੋਈ, ਬਿਨ ਸ਼ਬਦੈ ਥਿਰ ਕੋ ਨਹੀਂ ਬੂਝੈ ਸੁਖ ਹੋਈ। ਉਸ ਪਰਮਾਤਮਾ ਦਾ ਘਰ, ਉਹਦਾ ਮਹਿਲ ਸਾਡੇ ਹਿਰਦੇ ਦੇ ਅੰਦਰ ਹੈ ਤੇ ਉਹ ਪਰਮਾਤਮਾ ਬੜਾ ਅਪਰੰਪਾਰ ਹੈ। ਲੇਕਿਨ ਗੁਰੂ ਦੇ ਸ਼ਬਦਾਂ ਦੇ ਲੜ ਲੱਗੇ ਬਿਨਾ ਸਾਡੇ ਹਿਰਦੇ ਨੂੰ ਟਿਕਾਣਾ ਨਹੀਂ। ਬਿਨ ਸ਼ਬਦੈ ਥਿਰ ਕੋ ਨਹੀਂ ਬੂਝੈ ਸੁਖ ਹੋਈ। ਤੇ ਪਰਮਾਤਮਾ ਦੀ ਵਿਸ਼ਾਲਤਾ ਨੂੰ ਜਦੋਂ ਅਸੀਂ ਸਮਝ ਲੈਂਦੇ ਹਾਂ, ਉਹਦੇ ਟਿਕਾਣੇ ਨੂੰ ਜਦੋਂ ਆਪਣੇ ਹਿਰਦੇ ਦੇ ਅੰਦਰ ਮਹਿਸੂਸ ਕਰ ਲੈਂਦੇ ਹਾਂ ਤਾਂ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ, ਮਨ ਸਥਿਰ ਹੋ ਜਾਂਦਾ ਹੈ। ਕਿਆ ਲੈ ਆਇਆ ਲੈ ਜਾਏ ਕਿਆ, ਫਾਸੈ ਜਮ ਜਾਲਾ। ਮਨੁੱਖ ਨੂੰ ਨਸੀਹਤ ਕਰਦੇ ਹੋਏ ਗੁਰੂ ਜੀ ਕਹਿੰਦੇ ਨੇ ਕਿ ਜਦ ਤੂੰ ਜਨਮਿਆ ਸੀ ਕੀ ਲੈ ਕੇ ਇਸ ਦੁਨੀਆ ਦੇ ਵਿੱਚ ਆਇਆ ਸੀ, ਤੇ ਜਦ ਤੂੰ ਚਲਾ ਜਾਏਗਾ ਤਾਂ ਕੀ ਲੈ ਕੇ ਜਾਏਗਾ। ਭਾਵ ਕਿ ਇਹ ਧਨ ਦੌਲਤਾਂ ਜਿਨ੍ਹਾਂ ਦੇ ਪਿੱਛੇ ਸਾਰੀ ਉਮਰ ਦੌੜਦਾ ਰਹਿੰਦਾ ਹੈ, ਨਾ ਤਾਂ ਤੂੰ ਨਾਲ ਲੈ ਕੇ ਆਇਆ ਸੀ, ਨਾ ਤੂੰ ਨਾਲ ਲੈ ਕੇ ਜਾਏਗਾ, ਫਿਰ ਕਿਉਂ ਸਾਰੀ ਉਮਰ ਇਸ ਜਮ ਦੇ ਜਾਲ 'ਚ ਫਸਿਆ ਰਹਿੰਦਾ ਹੈ। ਡੋਲ ਬੱਧਾ ਕਸ ਜੇਵਰੀ ਆਕਾਸ ਪਤਾਲਾ। ਕਹਿੰਦੇ ਜਿਵੇਂ ਕਿ ਡੋਲ ਜਾਨੀ ਕਿ ਬਾਲਟੀ ਰੱਸੀ ਦੇ ਨਾਲ ਬੰਨ੍ਹ ਕੇ ਖੂਹ ਦੇ ਵਿੱਚ ਲਟਕਾਈ ਜਾਂਦੀ ਹੈ, ਕਦੇ ਥੱਲੇ ਜਾਂਦੀ ਹੈ, ਭਰ ਕੇ ਪਾਣੀ ਦੇ ਨਾਲ ਉੱਪਰ ਖਿੱਚ ਲਈ ਜਾਂਦੀ ਹੈ, ਕਦੇ ਥੱਲੇ ਕਦੇ ਉੱਪਰ, ਇਸੇ ਤਰ੍ਹਾਂ ਹੁੰਦੀ ਰਹਿੰਦੀ ਹੈ। ਉਵੇਂ ਹੀ ਤੂੰ ਕਦੇ ਆਕਾਸ਼ ਕਦੇ ਪਤਾਲ, ਭਾਵ ਕਦੇ ਸੁਖੀ ਹੁੰਦਾ ਰਹਿੰਦਾ ਹੈ, ਕਦੇ ਦੁਖੀ ਹੁੰਦਾ ਰਹਿੰਦਾ ਹੈ। ਛੋਟੀ ਜੀ ਗੱਲ ਤੇ ਖੁਸ਼ ਵੀ ਹੋ ਜਾਂਦਾ ਹੈ, ਛੋਟੀ ਜੀ ਗੱਲ ਤੇ ਦੁਖੀ ਵੀ ਹੋ ਜਾਂਦਾ ਹੈ। ਗੁਰਮਤਿ ਨਾਮ ਨਾ ਵਿਸਰੈ ਸਹਜੇ ਪਤ ਪਾਈ। ਜਦੋਂ ਮਨੁੱਖ ਗੁਰੂ ਦੇ ਲੜ ਲੱਗ ਜਾਂਦਾ ਹੈ, ਪਰਮਾਤਮਾ ਦਾ ਨਾਮ ਉਹਦੇ ਹਿਰਦੇ ਦੇ ਵਿੱਚੋਂ ਕਦੇ ਵਿਸਰਦਾ ਨਹੀਂ ਤੇ ਸਹਜੇ ਹੀ ਉਹ ਪਰਮਾਤਮਾ ਦੇ ਦਰ ਤੇ ਇੱਜ਼ਤ ਹਾਸਲ ਕਰ ਲੈਂਦਾ ਹੈ। ਅੰਤਰ ਸ਼ਬਦ ਨਿਧਾਨ ਹੈ ਮਿਲ ਆਪ ਗਵਾਈਐ। ਉਹਦੇ ਅੰਦਰ ਗੁਰੂ ਦੇ ਸ਼ਬਦਾਂ ਰੂਪੀ ਤੇ ਪਰਮਾਤਮਾ ਦੀ ਸਿਫਤ ਸਲਾਹ ਰੂਪੀ ਖਜ਼ਾਨਾ ਹੈ। ਗੁਰੂ ਨੂੰ ਮਿਲ ਕੇ ਉਹ ਆਪਣਾ ਆਪਾ ਗਵਾ ਪਾਉਂਦਾ ਹੈ ਤੇ ਪਰਮਾਤਮਾ ਦੇ ਨਾਲ ਸਾਂਝ ਕਾਇਮ ਕਰ ਪਾਉਂਦਾ ਹੈ। ਨਦਰ ਕਰੇ ਪ੍ਰਭ ਆਪਣੀ ਗੁਣ ਅੰਕ ਸਮਾਵੈ, ਨਾਨਕ ਮੇਲ ਨਾ ਚੁਕਈ ਲਾਹਾ ਸੱਚ ਪਾਵੈ। ਜੇ ਪਰਮਾਤਮਾ ਸਾਡੇ ਤੇ ਆਪਣੀ ਮਿਹਰ ਕਰੇ, ਮਿਹਰ ਦੀ ਨਿਗਾਹ ਕਰੇ ਤਾਂ ਸਾਨੂੰ ਆਪਣੇ ਗੁਣ ਬਖਸ਼ ਦਿੰਦਾ ਹੈ। ਉਹਨਾਂ ਗੁਣਾਂ ਦੀ ਮਦਦ ਦੇ ਨਾਲ ਅਸੀਂ ਪਰਮਾਤਮਾ ਦੇ ਅੰਕ, ਭਾਵ ਉਹਦੀ ਗਲਵੱਕੜੀ ਦੇ ਵਿੱਚ ਸਮਾ ਜਾਂਦੇ ਹਾਂ। ਹੇ ਨਾਨਕ, ਅਜਿਹਾ ਪਰਮਾਤਮਾ ਦੇ ਨਾਲ ਹੋਇਆ ਮੇਲ ਕਦੇ ਖਤਮ ਨਹੀਂ ਹੁੰਦਾ। ਨਾਨਕ ਮੇਲ ਨਾ ਚੁਕਈ ਲਾਹਾ ਸੱਚ ਪਾਵੈ। ਤੇ ਉਸ ਪਰਮਾਤਮਾ ਦੇ ਨਾਲ ਮਿਲਾਪ ਦਾ
ਜੋ ਲਾਹਾ ਹੈ ਉਹ ਅਸੀਂ ਖੱਟ ਲੈਂਦੇ ਹਾਂ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 228ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚੋਂ ਮੇਰਾ ਖਿਆਲ ਹੈ ਕਿ ਤੂੰ ਦਾਤਾ ਭੁਗਤਾ ਤੋਹਾਂ ਦੇ ਅਰਥਾਂ ਨੂੰ ਆਪਣੇ ਹਿਰਦੇ ਦੇ ਵਿੱਚ ਅਸੀਂ ਡੂੰਘਾਈ ਦੇ ਵਿੱਚ ਵਸਾ ਲਈਏ ਤਾਂ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੋਏਗੀ ਤੇ ਸਾਡੀ ਜ਼ਿੰਦਗੀ ਦੇ ਉੱਪਰ ਇਸ ਦਾ ਬਹੁਤ ਹੀ ਸਾਰਥਕ ਅਸਰ ਹੋਏਗਾ। ਆਓ ਕੋਸ਼ਿਸ਼ ਕਰੀਏ ਇਸ ਵਿਚਾਰ ਨੂੰ ਆਪਣੇ ਹਿਰਦਿਆਂ ਦੇ ਵਿੱਚ ਵਸਾਉਣ ਦੀ, ਤਾਂ ਕਿ ਅਸੀਂ ਆਕਾਸ਼ ਤੇ ਪਤਾਲ ਦੀਆਂ ਗੇੜੀਆਂ ਲਾਉਣ ਤੋਂ ਬਚ ਸਕੀਏ, ਸਥਿਰਤਾ ਦੇ ਵਿੱਚ ਧਰਤੀ ਤੇ ਆਪਣਾ ਨਿਵਾਸ ਰੱਖੀਏ। ਉਸ ਪ੍ਰਮਾਤਮਾ ਦਾ ਜੋ ਬੜਾ ਵਿਸ਼ਾਲ ਹੈ, ਬੜਾ ਗੁਣਵਾਨ ਹੈ, ਦਾਤਾਂ ਬਖਸ਼ਣ ਵਾਲਾ ਹੈ, ਉਹਦਾ ਸਿਮਰਨ ਕਰੀਏ, ਉਹਦੀ ਸਿਫਤ ਸਲਾਹ ਕਰੀਏ, ਉਹਦੀ ਵਡਮੁੱਲਤਾ ਨੂੰ ਪਛਾਣੀਏ। ਇਸੇ ਸੰਦੇਸ਼ ਦੇ ਨਾਲ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।